सिख कौम हमेशा सरकार की निगाह दे विच दोषी रही आ ते गुरु किरपा करे आपां दोषी चंगे आ। जे कहंदे ना खाड़कू आ, जे असीं लंगर ला के अपने ते कलंक लवा सकते हैं अतवादी दे, ते मैं कहना मैं शरेआम दविंदर सिंह कनगड़ा मैं खाड़कू हाँ मैं यार, ठीक आ। जे असीं लोकां दियां धीआं भैणां दियां इज्जतां बचा सकते हैं ते तां भी असीं खाड़कू हाँ। साडे वीरां दे टैंट पाड़ते आ, उन्हां दे सिर पाड़ते आ। चलो सिरां दे बदले भी किते मौका पिया तो जरूर लवांगे। ਜਿਹੜੇ ਇਹਨਾਂ ਨੇ ਸਿਰ ਪਾੜੇ ਉਹਨਾਂ ਦੇ ਵਾਲ ਖਿਲਾਰੇ ਇਹਨਾਂ ਨੂੰ ਦਿਖਾਵਾਂਗਾ ਉਹਨੂੰ ਕਿਤੇ ਅੜਕ ਕੇ ਆ ਜਾਣ। ਤੇ ਤੁਸੀਂ ਜਿਹੜਾ ਵੀ ਉੱਥੇ ਤੁਹਾਨੂੰ ਕੋਈ ਬੰਦਾ ਇਹੋ ਜਿਹਾ ਲੱਭਦਾ ਨਾ, ਉਹਨੂੰ ਫੜ ਕੇ ਪੰਜਾਬ ਵਾਲੇ ਬੰਦੇ ਲਿਆਇਓ। ਉਹਨੂੰ ਮਾਰਨਾ ਨਹੀਂ ਵੀਰੇ, ਉਹਨੂੰ ਖਵਾ ਕੇ ਮਾਰਨਾ। ਆਪਾਂ ਇੱਥੇ ਸਾਡੇ ਕੋਲ ਬਹੁਤੀ ਸਮੱਗਰੀ ਆ ਮਿੱਤਰ ਪਿਆਰਿਆ। 202 ਟੈਂਟ ਆਪਾਂ ਫਿਰ ਲੈ ਕੇ ਚੱਲੇ ਆ। ਤੁਸੀਂ ਤਗੜੇ ਹੋ ਕੇ ਪਾੜੋ, ਆਪਾਂ ਤਗੜੇ ਹੋ ਕੇ ਗੱਡਦੇ ਰਵਾਂਗੇ ਇਸੇ ਤਰ੍ਹਾਂ। ਡਾਂਗਾ ਲੈ ਕੇ ਆਉਂਦੇ ਆ ਨਾ ਸਾਡੇ ਤੇ ਚੜ੍ਹ ਕੇ, ਅੰਦਰ ਖਾਤੇ ਪਤਾ ਉਹਨਾਂ ਨੂੰ ਵੀ ਆ, ਅੰਦਰੋਂ ਤਾਂ ਉਹਨਾਂ ਨੂੰ ਪਤਾ ਵਾ ਕਿ ਧੱਕਾ ਕਰਨ ਡੇ ਆ, ਪਰ ਕੀ ਕਰੀਏ ਉਹਨਾਂ ਨੇ ਸਰਕਾਰ ਦੀਆਂ ਬੂਟੀਆਂ ਨਾਲ ਕੇ ਪਾਈਆਂ ਹੁੰਦੀਆਂ, ਮਜਬੂਰ ਹੁੰਦੇ ਨੇ ਉਹ। ਮੈਂ ਗਾਲਾਂ ਕੱਢਣ ਨੂੰ ਦਿਲ ਕਰਦਾ ਵਾ, ਮੈਂ ਗੁਰਸਿੱਖ ਹੁੰਦਾ ਤੇ ਤੁਹਾਨੂੰ ਕਹਿ ਕੁਝ ਨਹੀਂ ਸਕਦਾ। ਜਿੱਦਣ ਆਪਣੇ ਇੰਡੀਆ ਦੇ ਵਿੱਚ ਕਿਸੇ ਧੀ ਭੈਣ ਦੇ ਨਾਲ ਰੇਪ ਹੁੰਦਾ ਵਾ, ਉਦੋਂ ਤੁਸੀਂ ਝੰਡੇ ਦਾ ਤੁਹਾਡਾ ਦਾ ਅਪਮਾਨ ਨਹੀਂ ਹੁੰਦਾ। ਜਿੱਦਣ ਹਾਥਰਸ ਦੇ ਵਿੱਚ ਉਹ ਕੁੜੀ ਦਾ ਰੇਪ ਕਰਕੇ ਉਹਦੀ ਰੀੜ੍ਹ ਦੀ ਹੱਡੀ ਤੋੜਤੀ, ਉਹਦੀ ਜ਼ੁਬਾਨ ਕਰ ਦਿੱਤੀ ਗਈ, ਕੀ ਗੱਲ ਉਦੋਂ ਤੁਹਾਡੇ ਝੰਡੇ ਦਾ ਅਪਮਾਨ ਨਹੀਂ ਹੋਇਆ? ਉਦੋਂ ਤੁਹਾਡੀਆਂ ਮਾਵਾਂ ਦੀ ਕਿਹੜੇ ਬੁੱਕਲਾਂ 'ਚ ਤੁਸੀਂ ਵੜੇ ਸੀ? ਉਦੋਂ ਨਿਕਲਦੇ, ਉਦੋਂ ਪੁੱਛਦੇ ਤੁਸੀਂ ਆਣ ਕੇ ਮੋਦੀ ਨੂੰ। ਜਿੱਦਣ ਉਹ ਮੰਦਰ ਦੇ ਵਿੱਚ ਕੁੜੀ ਦਾ ਰੇਪ ਹੋ ਗਿਆ, ਕੀ ਗੱਲ ਉਦੋਂ ਤੁਹਾਡੇ ਝੰਡੇ ਦਾ ਅਪਮਾਨ ਨਹੀਂ ਹੁੰਦਾ? ਨਾਲੇ ਮੇਰੀ ਗੱਲ ਸੁਣੋ, ਤੁਸੀਂ ਮਾਮੇ ਲੱਗਦੇ ਹੋ ਦਿੱਲੀ ਦੇ। ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਕਿ ਕਾਲ ਦੀ ਸਿਰਫ ਵੇਟ ਹੈਗੀ ਆ, ਸਿਰਫ ਇੱਕ ਕਾਲ ਤੋਂ ਦੂਰੀ ਤੇ ਆ। ਕਿਹੜੀ ਕਾਲ ਕਿਹਦੀ ਆਉਣੀ ਆ? ਉਹ ਅਮਰੀਕਾ ਵਾਲੇ ਦੀ। ਔਰ ਜਿੱਦਣ ਤੁਹਾਨੂੰ ਕਿਤੇ ਆਪਣਾ ਸਾਡਾ ਕਦੇ ਦਿਮਾਗ ਹਿੱਲ ਗਿਆ ਨਾ ਮਿੱਤਰ ਪਿਆਰਿਆ, ਹੁਣ ਤਾਂ ਚੱਲ ਝੰਡਾ ਲਾ ਕੇ ਛੱਡ ਆਇਆ। ਇਹ ਨਾ ਹੋਵੇ ਕਿਤੇ ਵੀ ਸਾਡੀਆਂ ਜਿਹੜੀਆਂ ਲਾਡਲੀਆਂ ਫੌਜਾਂ ਵਾ ਜਾਂ ਸਾਨੂੰ ਇੰਨਾ ਮਜਬੂਰ ਨਾ ਕਰ ਦਿਓ ਕਿ ਸਾਨੂੰ ਤੰਬੂ ਉੱਥੇ ਜਾ ਕੇ ਲਾਲ ਕਿਲੇ ਦੇ ਵਿੱਚ ਲਾਉਣੇ ਪੈਣ। 26 ਜਨਵਰੀ ਵਾਲੇ ਦਿਨ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੂਲਣ ਤੋਂ ਬਾਅਦ ਕਾਫੀ ਵਿਵਾਦ ਉੱਥੇ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਸੀਗਾ, ਜਿਸ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਾਫੀ ਜਿਹੜਾ ਸੀਗਾ ਉਸ ਬਾਬਤ ਵਿਰੋਧ ਦਾ ਸਾਹਮਣਾ ਜਿਹੜਾ ਸੀਗਾ ਉਹ ਵੀ ਕਰਨਾ ਪੈ ਰਿਹਾ ਸੀਗਾ। ਲੇਕਿਨ ਕਿਤੇ ਨਾ ਕਿਤੇ ਕਿਸਾਨ ਜਿਹੜੇ ਸੀਗੇ ਘਰਾਂ ਨੂੰ ਮੁੜਨੇ ਸ਼ੁਰੂ ਹੋ ਗਏ ਸੀਗੇ। ਲੇਕਿਨ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਿੱਲੀ ਵੱਲੋਂ ਜਿਹੜੀ ਹੈ ਕੂਚ ਕੀਤੀ ਜਾ ਰਹੀ ਹੈ। ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ, ਤੇ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਆ ਉਹ ਇੱਥੋਂ ਲਈ ਰਵਾਨਗੀ ਜਿਹੜੀ ਆ ਉਹ ਲਿੱਤੀ ਜਾ ਰਹੀ ਹੈ। ਸੰਤ ਸਿਪਾਹੀ ਵੈਲਫੇਅਰ ਸੁਸਾਇਟੀ ਵੱਲੋਂ ਵੀ ਸਮਾਨ ਜਿਹੜਾ ਸਮੱਗਰੀ ਜਿਹੜੀ ਆ ਉਹ ਵੀ ਲੈ ਕੇ ਜਾਈ ਜਾ ਰਹੀ ਹੈ, ਕਿਉਂਕਿ ਉੱਥੇ ਬੀਤੇ ਕੁਝ ਦਿਨ ਪਹਿਲਾਂ ਟੈਂਟ ਜਿਹੜੇ ਸੀਗੇ ਉਹ ਪਾੜ ਦਿੱਤੇ ਗਏ ਸੀਗੇ ਅਤੇ ਉਸ ਤੋਂ ਬਾਅਦ ਕਾਫੀ ਜਿਹੜਾ ਸੀਗਾ ਸਮੱਗਰੀ ਜਿਹੜੀ ਸੀਗੀ ਉੱਥੇ ਹੁਣ ਇਕੱਠੀ ਕਰਨੀ ਫਿਰ ਤੋਂ ਦੁਬਾਰਾ ਸ਼ੁਰੂ ਕਰ ਦਿੱਤੀ ਗਈ। ਲੇਕਿਨ ਇੱਕ ਬੰਨੇ ਜਿਹੜੀ ਹੈ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਅਤੇ ਜਿਹੜੇ ਵੀਰ ਜਾਣ ਲੱਗੇ ਨੇ ਉਹਨਾਂ ਨੂੰ ਜਿਹੜਾ ਆ ਓਨਰ ਜਿਹੜਾ ਆ ਉਹ ਕੀਤਾ ਜਾ ਰਿਹਾ ਤੇ ਕੋਸ਼ਿਸ਼ ਇਹੀ ਹੈ ਕਿ ਵਾਪਸ ਜਿਹੜਾ ਧਰਨਾ ਜਿਹੜਾ ਆ ਉਹਨੂੰ ਜਿਹੜਾ ਆ ਦੁਬਾਰਾ ਤੋਂ ਸੁਰਜੀਵਤ ਜਿਹੜਾ ਆ ਉਹ ਕੀਤਾ ਜਾਵੇ, ਕਿਉਂਕਿ ਲਗਾਤਾਰ ਹੀ ਜਿਹੜੀ ਕੋਸ਼ਿਸ਼ ਵੀ ਇਹੀ ਸੀਗੀ ਕਿ ਲਗਾਤਾਰ ਜੋ ਵੀ ਵਿਅਕਤੀ ਜਿਹੜੇ ਨੇ ਘਰਾਂ ਨੂੰ ਵਾਪਸ ਮੋੜ ਰਹੇ ਨੇ, ਜੋ ਕਿਸਾਨ ਜਥੇਬੰਦੀਆਂ ਵਾਪਸ ਮੋੜ ਰਹੀਆਂ ਨੇ, ਉਹਨਾਂ ਨੂੰ ਦੁਬਾਰਾ ਪ੍ਰੇਰਿਤ ਕੀਤਾ ਜਾਵੇ ਕਿ ਉਹ ਦਿੱਲੀ ਵਿੱਚ ਪਹੁੰਚ ਕੇ ਉੱਥੇ ਮੋਰਚੇ ਵਿੱਚ ਜ਼ਰੂਰ ਖੜੇ ਹੋਣ, ਕਿਉਂਕਿ ਕੋਸ਼ਿਸ਼ ਇਹੀ ਸੀਗੀ ਕਿ ਜੋ ਮੂਵਮੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਉਸ ਨੂੰ ਜਿਹੜਾ ਆ ਕਿਤੇ ਨਾ ਕਿਤੇ ਦੁਬਾਰਾ ਤੋਂ ਜੀਵਤ ਕੀਤਾ ਜਾਵੇ। ਉਹਨਾਂ ਦੇ ਨਾਲ ਜਿਹੜਾ ਆ ਛੋਟੇ ਬੱਚੇ ਜਿਹੜੇ ਨੇ ਉਹ ਵੀ ਮੌਜੂਦ ਨੇ। ਤੁਸੀਂ ਦੇਖ ਸਕਦੇ ਹੋ ਕਿ ਛੋਟੇ ਜੋ ਬੱਚੇ ਜਿਹੜੇ ਨੇ ਉਹ ਵੀ ਦਿੱਲੀ ਨੂੰ ਜਿਹੜੀ ਆ ਰਵਾਨਗੀ ਜਿਹੜੀ ਆ ਉਹ ਲੈ ਰਹੇ ਨੇ ਅਤੇ ਦੂਸਰੇ ਪਾਸੇ ਨੌਜਵਾਨ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ। ਤਾਂ ਲਗਾਤਾਰ ਹੀ ਕਿਹਾ ਹੀ ਜਾ ਰਿਹਾ ਕਿ ਦੁਬਾਰਾ ਜਿਹੜਾ ਆ ਦਿੱਲੀ ਟਿਕਰੀ ਬਾਰਡਰ ਤੇ ਜਾਂ ਸਿੱਧੂ ਬਾਰਡਰ ਤੇ ਪਹੁੰਚ ਕੇ ਜਿਹੜਾ ਆ ਇਹ ਮੁਹਿੰਮ ਨੂੰ ਦੁਬਾਰਾ ਤੋਂ ਜਿਹੜਾ ਵਾ ਜੀਵਤ ਕੀਤਾ ਜਾਵੇ। ਦਵਿੰਦਰ ਵੀਰ ਜੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਇੱਕ ਚੜ੍ਹਦੀ ਕਲਾ ਵਾਲਾ ਜਕਾਰਾ ਬੋਲੇ ਸੋ ਨਿਹਾਲ। ਸੁਣ ਕੇ ਨਿਹਾਲ ਹੋ ਜਾਵੇ, ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਸਤਿਗੁਰੂ ਰੱਖ ਲਿਓ ਬਿਰਧ ਬਾਣੇ ਦੀ ਲਾਡਲੀਆਂ ਫੌਜਾਂ ਦੇ ਮਾਲਕੋ, ਸਤਿਗੁਰੂ ਰੱਖਿਓ ਫੌਜਾਂ ਨੂੰ ਪਿਆਰ ਚਲ ਬਸ ਕਰਨਾ। ਸ਼ਹੀਦੋ ਸਿੰਘੋ ਸਰਬੱਤ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਸੋਢੀ ਸਲਵਾਨ ਸਿੰਘ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਅਕਾਲ ਅਕਾਲ। ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਨਾਮ ਤੁਸੀਂ ਚੜ੍ਹਦੀ ਕਲਾ। ਦੇਖ ਸਕਦੇ ਹੋ ਕਿ ਕਿੰਨਾ ਜੋਸ਼ ਭਰਿਆ ਹੋਇਆ ਹੈ। ਇੱਕ ਵਾਰ ਫਿਰ ਤੋਂ ਦੁਬਾਰਾ ਦਿੱਲੀ ਜਾਣ ਨੂੰ ਦਵਿੰਦਰ ਵੀਰ ਜੀ, ਮੇਰਾ ਪਹਿਲਾ ਕੁਐਸਚਨ ਇਹੀ ਹੈ ਕਿ 26 ਤਰੀਕ ਵਾਲੇ ਦਿਨ ਜੋ ਕੁਝ ਵੀ ਹੋਇਆ ਉਹਦੇ ਪਿੱਛੇ ਦੀਪ ਸਿੱਧੂ ਨੂੰ, ਲੱਖਾ ਸਿਧਾਣਾ ਨੂੰ, ਖਾਸ ਤੌਰ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਜਿਹੜਾ ਸੀਗਾ ਇਹਦਾ ਦੋਸ਼ੀ ਜਿਹੜਾ ਉਹ ਕਿਹਾ ਜਾ ਰਿਹਾ ਸੀਗਾ, ਔਰ ਯੂਪਾ ਤਹਿਤ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ। ਕਿਸ ਤਰ੍ਹਾਂ ਵੇਖਦੇ ਹੋ ਸਾਰੀ ਘਟਨਾਕ੍ਰਮ ਨੂੰ ਜਿਹੜਾ? ਵੀਰ ਜੀ ਗੱਲ ਇਸ ਤਰ੍ਹਾਂ ਵਾ ਕਿ ਤੁਸੀਂ ਨਾ ਦੋਸ਼ੀ ਸਿੱਖ ਕੌਮ ਹਮੇਸ਼ਾ ਸਰਕਾਰ ਦੀ ਨਿਗਾਹ ਦੇ ਵਿੱਚ ਦੋਸ਼ੀ ਰਹੀ ਆ ਤੇ ਗੁਰੂ ਕਿਰਪਾ ਕਰੇ ਆਪਾਂ ਦੋਸ਼ੀ ਚੰਗੇ ਆ। ਜੇ ਕਹਿੰਦੇ ਨਾ ਖਾੜਕੂ ਆ, ਜੇ ਅਸੀਂ ਲੰਗਰ ਲਾ ਕੇ ਆਪਣੇ ਤੇ ਕਲੰਕ ਲਵਾ ਸਕਦੇ ਆ ਅੱਤਵਾਦੀਏ ਦੇ, ਤੇ ਮੈਂ ਕਹਿੰਦਾ ਮੈਂ ਸ਼ਰੇਆਮ ਦਵਿੰਦਰ ਸਿੰਘ ਖਨਗੜਾ ਮੈਂ ਖਾੜਕੂ ਆ ਮੈਂ ਯਾਰ, ਠੀਕ ਆ। ਜੇ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾ ਸਕਦੇ ਆ ਤੇ ਤਾਂ ਵੀ ਅਸੀਂ ਖਾੜਕੂ ਆ, ਠੀਕ ਆ। ਆਪਣੇ ਨੂੰ ਖਾੜਕੂ ਨੇ ਕੋਈ ਗੱਲ ਨਹੀਂ, ਉਹ ਆਪਦੇ ਕੰਮ ਕਰੀ ਜਾਣ। ਸਾਨੂੰ ਪਤਾ ਹੋਣ ਦੀ ਲੜਾਈ ਆ ਤੇ ਆਪਾਂ ਹੋਣ ਦੀ ਲੜਾਈ ਜਿਹੜਾ ਨਾ ਹਮੇਸ਼ਾ ਸਿਰ ਦੇ ਕੇ ਲੜੇ ਆ। ਮੇਰੇ ਖਿਆਲ ਨਾਲ ਸਿਰ ਸਾਨੂੰ ਹੁਣ ਵੀ ਦੇਣੇ ਪੈਂਦੇ। ਉਹ ਸਾਡੇ ਭੈਣ ਭਰਾ 100 ਦੇ ਕਰੀਬ ਉੱਤੇ ਸ਼ਹੀਦੀਆਂ ਪਾ ਕੇ ਨੇ ਸਿਰ ਦੇ ਕੇ ਕੁਰਬਾਨੀ ਲਈ ਜਾਂਦੀ, ਉਂਝ ਨਹੀਂ ਦਿੰਦੀ। ਇਹ ਸਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸਿਖਾਇਆ ਵਾ। ਤੁਹਾਡੇ ਵੱਲੋਂ ਅੱਜ ਤਿਆਰੀ ਕੀਤੀ ਜਾ ਰਹੀ, ਕੀ ਸਮੱਗਰੀ ਲੈ ਕੇ ਜਾ ਰਹੇ ਹੋ ਦਿੱਲੀ? ਵੀਰ ਜੀ ਗੱਲ ਇਸ ਤਰ੍ਹਾਂ ਵਾ ਕਿ ਮੈਨੂੰ ਜਦੋਂ ਸੁਣ ਚ ਆਇਆ ਕਿ RSS ਦੇ ਬੰਦਿਆਂ ਨੇ, ਡਾਕੂਆਂ ਨੇ ਆਣ ਕੇ ਉੱਥੇ ਤੇ ਸਾਡੇ ਵੀਰਾਂ ਦੇ ਟੈਂਟ ਪਾੜਤੇ ਆ, ਉਹਨਾਂ ਦੇ ਸਿਰ ਪਾੜਤੇ ਆ। ਚਲੋ ਸਿਰਾਂ ਦੇ ਬਦਲੇ ਵੀ ਕਿਤੇ ਮੌਕਾ ਪਿਆ ਤੇ ਜ਼ਰੂਰ ਲਵਾਂਗੇ। ਜਿਹੜੇ ਨਾਲ ਸਿਰ ਪਾੜੇ, ਉਹਨਾਂ ਦੇ ਵਾਲ ਖਿਲਾਰੇ, ਇਹਨਾਂ ਨੂੰ ਦਿਖਾਵਾਂਗਾ ਉਹਨੂੰ ਕਿਤੇ ਅੜਕ ਕੇ ਆ ਜਾਣ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਮਿੱਤਰ ਪਿਆਰਿਓ ਕਿ ਤੁਸੀਂ ਜਿਹੜਾ ਵੀ ਉੱਥੇ ਤੁਹਾਨੂੰ ਕੋਈ ਬੰਦਾ ਇਹੋ ਜਿਹਾ ਲੱਭਦਾ ਨਾ, ਉਹਨੂੰ ਫੜ ਕੇ ਪੰਜਾਬ ਵਾਲੇ ਬੰਦੇ ਲਿਆਇਓ। ਉਹਨੂੰ ਮਾਰਨਾ ਨਹੀਂ ਵੀਰੇ, ਉਹਨੂੰ ਖਵਾ ਕੇ ਮਾਰਨਾ। ਆਪਾਂ ਇੱਥੇ ਸਾਡੇ ਕੋਲ ਬਹੁਤੀ ਸਮੱਗਰੀ ਆ। ਉਹਨੂੰ ਨਿਹੰਗ ਸਿੰਘਾਂ ਰਗੜਾ ਲਾਉਂਦੇ ਆ, ਸ਼ਰਦਾਈ ਪਿਉਂਦੇ ਮਿੱਤਰ ਪਿਆਰਾ, ਤੂੰ ਖਾ ਪੀ ਨਜ਼ਾਰੇ ਲੈ ਕੋਲ ਸਾਡੇ ਬਣ ਕੇ, ਠੀਕ ਹੈ ਨਾ। ਉਹਨੂੰ ਇੱਥੇ ਫੜ ਕੇ ਲਿਆਇਓ। ਤੇ ਨਾਲੇ ਕੋਈ ਗੱਲ ਨਹੀਂ, ਸਾਡੇ ਇੱਥੇ ਘੋੜਿਆਂ ਦੀ ਲਿੱਦ ਵੀ ਬੜੀ ਇਕੱਠੀ ਹੋਈ ਹੁੰਦੀ ਆ। ਆਪਾਂ ਉਹ ਵੀ ਤਾਂ ਸਟਵਾਉਣੀ ਆ ਨਾ ਮੇਰੇ ਭਰਾ, ਸੇਵਾ ਵੀ ਤੇ ਕਰਾਉਣੀ ਆ, ਲੰਗਰ ਨਹੀਂ ਇਕੱਲਾ ਖਵਾਉਣਾ। ਸੋ ਕਿਤੇ ਨਾ ਕਿਤੇ ਆਪਾਂ ਉਹਦੇ ਕੋਲ ਗੁਰੂ ਘਰ ਦੀ ਸੇਵਾ ਵੀ ਕਰਾਉਣੀ ਹੈ ਤੇ ਲੰਗਰ ਵੀ ਖਵਾਉਣਾ ਵਾ, ਮਾਰਨਾ ਨਹੀਂ, ਗੱਲ ਯਾਦ ਰੱਖਿਓ। ਤੇ ਨੰਬਰ 2, ਉਹਨਾਂ ਟੈਂਟ ਪਾੜੇ ਸੀ ਮਿੱਤਰ ਪਿਆਰਿਆ, 202 ਟੈਂਟ ਆਪਾਂ ਫਿਰ ਲੈ ਕੇ ਚੱਲੇ ਆ। ਤੁਸੀਂ ਤਗੜੇ ਹੋ ਕੇ ਪਾੜੋ, ਆਪਾਂ ਤਗੜੇ ਹੋ ਕੇ ਗੱਡਦੇ ਰਵਾਂਗੇ ਇਸੇ ਤਰ੍ਹਾਂ ਆਪਾਂ। ਲੇਕਿਨ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਲੈ ਕੇ ਆਓ ਇੱਥੇ ਖਵਾਵਾਂ ਪਿਆਵਾਂਗੇ, ਲੇਕਿਨ ਉੱਥੇ ਕਿਸੇ ਤਰ੍ਹਾਂ ਦੀਆਂ ਸਪੀਚ ਆ ਰਹੀਆਂ ਸੀਗੀਆਂ ਜਿਸ 'ਚ ਕਿਹਾ ਜਾ ਰਿਹਾ ਕਿ ਜੇਕਰ ਸਾਨੂੰ ਲਾਠੀ ਵੀ ਚੁੱਕਣ ਦੀ ਲੋੜ ਪਈ ਤਾਂ ਅਸੀਂ ਲਾਠੀਆਂ ਵੀ ਚੁੱਕਾਂਗੇ। ਉਸ ਤੋਂ ਬਾਅਦ ਇਹ ਕੁਝ ਫੋਟੋਆਂ ਟਰੋਲ ਹੁੰਦੀਆਂ ਜੋ ਕਿ BJP ਦੇ ਕਾਰਜਕਰਤਾ ਜਿਹੜੇ ਵਿੱਚ ਨਜ਼ਰ ਆਉਂਦੇ ਨੇ। ਕਿਸ ਤਰ੍ਹਾਂ ਵੇਖਦੇ ਹੋ ਕਿ ਲੱਗਦਾ ਨਹੀਂ ਕਿ ਦੋਹਰੀ ਮਾਪਦੰਡ ਜਿਹੜਾ ਸਾਰਾ ਤਿਆਰ ਕੀਤਾ ਜਾ ਰਿਹਾ ਤਾਂ ਜੋ ਕਿ ਇੱਕ ਬਦਨਾਮੀ ਕੀਤੀ ਜਾਵੇ, ਔਰ ਜੋ ਕੇਂਦਰ ਸਰਕਾਰ ਕਰਨਾ ਚਾਹੁੰਦੀ ਸੀ ਉਹ 26 ਤਰੀਕ ਵਾਲੇ ਦਿਨ ਕਰਕੇ ਵਿਖਾਤਾ? ਗੁਰਪ੍ਰੀਤ ਵੀਰ ਜੀ, ਅੰਦਰ ਖਾਤੇ ਜਿਹੜੇ ਉਹ ਵਿਚਾਰੇ ਡਾਂਗਾ ਲੈ ਕੇ ਆਉਂਦੇ ਆ ਨਾ ਸਾਡੇ ਤੇ ਚੜ੍ਹ ਕੇ, ਅੰਦਰ ਖਾਤੇ ਪਤਾ ਉਹਨਾਂ ਨੂੰ ਵੀ ਆ, ਅੰਦਰੋਂ ਤਾਂ ਉਹਨਾਂ ਨੂੰ ਪਤਾ ਵਾ ਕਿ ਧੱਕਾ ਕਰਨ ਡੇ ਆ, ਪਰ ਕੀ ਕਰੀਏ, ਉਹਨਾਂ ਨੇ ਸਰਕਾਰ ਦੀਆਂ ਬੋਟੀਆਂ ਨਾਲ ਕੇ ਪਾਈਆਂ ਹੁੰਦੀਆਂ, ਮਜਬੂਰ ਹੁੰਦੇ ਨੇ ਉਹ ਉਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਹੈ ਸਾਡਾ। ਸੋ ਹੁਣ ਵੇਖੋ ਉਧਰ ਦੇ ਲੋਕਲ ਲੋਕ ਕੀ ਕਹਿੰਦੇ ਨੇ, ਉਧਰ ਦੇ ਕਈ ਪੁਲਿਸ ਵਾਲੇ ਮੈਂ ਵੇਖਣਾ ਸੋਸ਼ਲ ਮੀਡੀਆ ਤੋਂ ਕਹਿੰਦੇ ਵੀ ਅਸੀਂ ਨੌਕਰੀ ਨਹੀਂ ਕਰਨੀ, ਮੈਂ ਲਾਠੀ ਚਾਰਜਿੰਗ ਨਾਲ ਨੌਕਰੀ ਛੱਡ ਦੂੰ। ਤੁਸੀਂ ਉੱਥੇ ਕੀ ਕਰ ਲੋਗੇ? ਕਿਤੇ ਨਾ ਕਿਤੇ ਉਹ ਸਾਡੇ ਸਮਰਥਨ ਦੇ ਵਿੱਚ ਹੈਗੇ ਨੇ, ਪਰ ਉਹਨਾਂ ਦੀਆਂ ਮਜਬੂਰੀਆਂ ਸਾਡੇ ਨਾਲ ਉਹਨਾਂ ਨੂੰ ਨਾ ਅੱਗੇ ਨਹੀਂ ਆਉਣ ਦਿੰਦੀਆਂ। ਲੇਕਿਨ ਉੱਥੇ ਜਿਹੜੇ ਪੁਲਿਸ ਕਰਮਚਾਰੀ ਉਹਨਾਂ ਦੀ ਕਈ ਹੋਰ ਵੀ ਵੀਡੀਓ ਸਾਹਮਣੇ ਆ ਰਹੀ ਹੈ ਜਿਸ 'ਚ ਬੈਰੀਗੇਟਿੰਗ ਕੀਤੀ ਜਾ ਰਹੀ ਆ। ਪਰ ਜਿਹੜੀ ਹੈਗੀ ਆ ਸਰਕਾਰ ਆ ਜਾਂ ਕੇਜਰੀਵਾਲ ਦੀ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਆ, ਉਹ ਕਹਿ ਰਹੀ ਕਿ ਅਸੀਂ ਨਹੀਂ ਕਰਵਾ ਰਹੇ, ਪੁਲਿਸ ਖੁਦ ਕਰ ਰਹੀ ਆ। ਇੱਕ ਬੰਨੇ ਕੁਝ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਕਹਿ ਰਹੇ ਅਸੀਂ ਨਹੀਂ ਲਾਠੀਆਂ ਚਲਾ ਸਕਦੇ, ਅਸੀਂ ਅਸਤੀਫੇ ਦੇ ਦਿੰਦੇ ਆ। ਕਿਸ ਤਰ੍ਹਾਂ ਇਹ ਸਾਰਾ ਪ੍ਰੋਪਾਗੈਂਡਾ ਜਿਹੜਾ ਚੱਲ ਰਿਹਾ ਤੁਹਾਡੇ ਤੋਂ? ਉਹ ਮਜ਼ਦੂਰਾਂ ਨੂੰ ਵਿਚਾਰਿਆਂ ਨੂੰ ਉਹਨਾਂ ਨੇ ਪੁਲਿਸ ਦੀਆਂ ਵਰਦੀਆਂ ਪਾਤੀਆਂ ਵਾ। ਕੀ ਗੱਲ, ਵਰਦੀਆਂ ਉਹਨਾਂ ਕੋਲ ਹੈ ਨਹੀਂ ਆ? ਉਹ ਕਿਤੇ ਨਾ ਕਿਤੇ ਵਿਚਾਰੀ ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਦੱਸੋ, ਮਤਲਬ ਵੀ ਜਿਹੜੀ ਪੁਲਿਸ ਉੱਥੇ ਸ਼ਾਂਤਮਈ ਬੈਠੀ ਆ, ਉਹਨਾਂ ਕੋਲੋਂ ਅਸੀਂ ਡਾਂਗਾ ਖਾਂਦੇ ਆ, ਉਹਨਾਂ ਨੂੰ ਅਸੀਂ ਲੰਗਰ ਵੀ ਖਵਾਉਂਦੇ ਆ, ਕਿਉਂਕਿ ਸਾਨੂੰ ਸਾਡੇ ਸਤਿਗੁਰ ਨੇ ਸਿਖਾਇਆ ਵਾ। ਇਹ ਮਲਮ ਪੱਟੀ ਸਾਨੂੰ ਦੇ ਕੇ ਭੇਜਿਆ ਉਹਨਾਂ ਨੇ ਨਾ ਸਾਨੂੰ, ਅਸੀਂ ਉਹ ਆਪਾਂ ਤੇ ਆਪਣੇ ਪਹਿਰੇ ਦੇ ਮੁਕੰਮਲ ਰਹਿਣਾ, ਉਹ ਆਪਣੇ ਤੇ ਰਹਿਣ। ਪਰ ਕਿਤੇ ਨਾ ਕਿਤੇ ਮੈਂ ਸਮਝਦਾ ਵਾਂ ਕਿ ਇੱਕ ਗੱਲ ਬਾਰ-ਬਾਰ ਮੇਰੇ ਦਿਮਾਗ 'ਚ ਹੀ ਗੱਲ ਆਉਂਦੀ, ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ ਵਾਂ ਕਿ ਜਿਹੜੇ ਕਾਨੂੰਨ ਜਨਤਾ ਵਾਸਤੇ ਬਣਾਏ ਨੇ, ਜਦੋਂ ਜਨਤਾ ਨੂੰ ਪਸੰਦ ਨਹੀਂ ਆ ਤੇ ਵਾਪਸ ਕਰਨ 'ਚ ਹਰਜ ਕੀ ਹੈ? ਠੀਕ ਆ, ਕੋਈ ਗੱਲ ਨਹੀਂ ਮੇਰੇ ਭਰਾਵਾ, ਜੇ ਜਨਤਾ ਨੂੰ ਨਹੀਂ ਪਸੰਦ ਆਗਾ ਤੇ ਆਪਾਂ ਨਵੇਂ ਤਰੀਕੇ ਦੇ ਨਾਲ ਕੋਈ ਕਾਨੂੰਨ ਦੁਬਾਰਾ ਹੋ ਜਾ ਲਿਆਇਓ ਕਿ ਜਿਹੜਾ ਸਾਰੀ ਜਨਤਾ ਦੀ ਸੰਯੋਗ ਦੇ ਨਾਲ, ਉਹਨਾਂ ਦੀ ਸਲਾਹ ਦੇ ਨਾਲ ਬਣਨ ਤੇ ਜਨਤਾ ਖੁਸ਼ਹਾਲ ਰਵੇ। ਦੀਪ ਸਿੱਧੂ ਤੇ ਲੱਖਾ ਸਿਧਾਣਾ ਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਸ ਦੇ ਵਿੱਚ ਨਾ ਕੋਈ ਬਿਆਨਬਾਜ਼ੀ ਕੀਤੀ ਜਾਵੇ ਤਾਂ ਜੋ ਕਿ ਮਾਹੌਲ ਹੋਰ ਖਰਾਬ ਨਾ ਹੋਵੇ, ਕਿਉਂਕਿ ਕੇਂਦਰ ਸਰਕਾਰ ਸ਼ਾਇਦ ਇਹੀ ਚਾਹੁੰਦੀ ਸੀ। ਬਿਲਕੁਲ ਵੀਰ ਜੀ, 'ਚ ਕੋਈ ਸ਼ੱਕ ਨਹੀਂ ਹੈਗਾ, ਉਹ ਆਪਣੇ ਮਨਸੂਬਿਆਂ ਦੇ ਵਿੱਚ ਨਾ ਕਾਮਯਾਬ ਹੋਈ ਹੈ। ਉਹਨਾਂ ਨੂੰ ਕੋਈ ਨਾ ਕੋਈ ਮੌਕਾ ਮਿਲ ਗਿਆ ਇੱਕ ਬੜਾ ਵਧੀਆ ਤਰੀਕੇ ਨਾਲ। ਬਾਕੀ ਗੱਲ ਝੰਡੇ ਦੀ ਵੀ ਨਹੀਂ ਸੀ ਯਾਰ, ਕੀ ਗੱਲ ਉਹ ਲਾਲ ਕਿਲ੍ਹਾ ਉੱਥੇ ਕਿਤੇ ਪਹਿਲਾਂ ਕੇਸਰੀ ਨਹੀਂ ਝੰਡਿਆ। ਮੈਂ ਸਮਝਦਾ ਵਾਂ ਗੱਲ, ਜਿਹੜੇ ਆਣ ਕੇ ਪੱਥਰਬਾਜ਼ੀਆਂ ਤੁਸੀਂ ਲੋਕ ਕਰਦੇ ਹੋ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਮੈਂ ਗਾਲਾਂ ਕੱਢਣ ਨੂੰ ਦਿਲ ਕਰਦਾ ਵਾ, ਮੈਂ ਗੁਰਸਿੱਖ ਹੁੰਦਾ ਤੇ ਤੁਹਾਨੂੰ ਕਹਿ ਕੁਝ ਨਹੀਂ ਸਕਦਾ। ਜਿੱਦਣ ਆਪਣੇ ਇੰਡੀਆ ਦੇ ਵਿੱਚ ਕਿਸੇ ਧੀ ਭੈਣ ਦੇ ਨਾਲ ਰੇਪ ਹੁੰਦਾ ਵਾ, ਉਦੋਂ ਤੁਸੀਂ ਝੰਡੇ ਦਾ ਤੁਹਾਡਾ ਅਪਮਾਨ ਨਹੀਂ ਹੁੰਦਾ। ਜਿੱਦਣ ਹਾਥਰਸ ਦੇ ਵਿੱਚ ਉਹ ਕੁੜੀ ਦਾ ਰੇਪ ਕਰਕੇ ਉਹਦੀ ਰੀੜ੍ਹ ਦੀ ਹੱਡੀ ਤੋੜਤੀ, ਉਹਦੀ ਜ਼ੁਬਾਨ ਕਰ ਦਿੱਤੀ ਗਈ, ਕੀ ਗੱਲ ਉਦੋਂ ਤੁਹਾਡੇ ਝੰਡੇ ਦਾ ਅਪਮਾਨ ਨਹੀਂ ਹੋਇਆ? ਉਦੋਂ ਤੁਹਾਡੀਆਂ ਮਾਵਾਂ ਦੀ ਕਿਹੜੇ ਬੁੱਕਲਾਂ 'ਚ ਤੁਸੀਂ ਵੜੇ ਸੀ? ਉਦੋਂ ਨਿਕਲਦੇ, ਉਦੋਂ ਪੁੱਛਦੇ ਤੁਸੀਂ ਆਣ ਕੇ ਮੋਦੀ ਨੂੰ। ਜਿੱਦਣ ਉਹ ਮੰਦਿਰ ਦੇ ਵਿੱਚ ਉਹ ਕੁੜੀ ਦਾ ਰੇਪ ਹੋ ਗਿਆ, ਕੀ ਗੱਲ ਉਦੋਂ ਤੁਹਾਡੇ ਝੰਡੇ ਦਾ ਅਪਮਾਨ ਨਹੀਂ ਹੁੰਦਾ? ਅੱਜ ਸਰਦਾਰਾਂ ਨੇ ਉੱਥੇ ਜਾ ਕੇ ਝੰਡਾ ਕੀ ਲਾਤਾ? ਨਾਲੇ ਮੇਰੀ ਗੱਲ ਸੁਣੋ, ਤੁਸੀਂ ਮਾਮੇ ਲੱਗਦੇ ਹੋ ਦਿੱਲੀ ਦੇ,
ਅਸੀਂ ਸਰਦਾਰ ਉੱਥੋਂ ਦੇ ਵਾਰਸ ਹਾਂ। ਔਰ ਜਿੱਦਣ ਤੁਹਾਨੂੰ ਕਿਤੇ ਆਪਣਾ ਸਾਡਾ ਕਦੇ ਦਿਮਾਗ ਹਿੱਲ ਗਿਆ ਨਾ ਮਿੱਤਰ ਪਿਆਰਿਆ, ਹੁਣ ਤੇ ਚੱਲ ਝੰਡਾ ਲਾ ਕੇ ਛੱਡ ਆਇਆ, ਇਹ ਨਾ ਹੋਵੇ ਕਿਤੇ ਵੀ ਸਾਡੀਆਂ ਜਿਹੜੀਆਂ ਲਾਡਲੀਆਂ ਫੌਜਾਂ ਵਾ ਜਾਂ ਸਾਨੂੰ ਇੰਨਾ ਮਜਬੂਰ ਨਾ ਕਰ ਦਿਓ ਕਿ ਸਾਨੂੰ ਤੰਬੂ ਉੱਥੇ ਜਾ ਕੇ ਲਾਲ ਕਿਲੇ ਦੇ ਵਿੱਚ ਲਾਉਣੇ ਪੈਣ। ਲੇਕਿਨ ਜੇਕਰ ਗੱਲ ਕੀਤੀ ਜਾਵੇ ਨਿਸ਼ਾਨ ਤਿਰੰਗੇ ਦੀ ਅਪਮਾਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਬਹੁਤ ਵਾਰ ਮੇਰੇ ਖਿਆਲ ਨਾਲ ਤਿਰੰਗੇ ਦਾ ਅਪਮਾਨ ਕੀਤਾ ਗਿਆ, ਪਸੀਨਾ ਪੂੰਝਦੇ ਹੋਏ ਨਜ਼ਰ ਆਏ ਸੀਗੇ, ਸਿਗਨੇਚਰ ਕਰਦੇ ਹੋਏ ਨਜ਼ਰ ਆਏ ਸੀਗੇ। ਚਲੋ ਕਿਆ ਲੱਗਦਾ ਨਹੀਂ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਨੂੰ ਜੇ ਅਗਰ 32 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆ ਸਕਦੇ ਸੀਗੇ ਕਿਸਾਨ ਜਾਂ ਨਿਹੰਗ ਸਿੰਘ ਜਥੇਬੰਦੀਆਂ, ਕਿਆ ਲੱਗਦਾ ਨਹੀਂ ਕਿ ਇੱਕ ਜਾਣਬੁੱਝ ਕੇ ਇਸ ਚੀਜ਼ ਨੂੰ ਯੁਵਾਪਾ ਤਹਿਤ ਜਿਹੜੇ ਮਾਮਲੇ ਦਰਜ ਕੀਤੇ ਜਾ ਰਹੇ ਨੇ, ਇੱਕ ਬੰਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਦੁਬਾਰਾ ਤੋਂ ਕੀਤੀ ਜਾ ਰਹੀ ਹੈ। ਵੀਰ ਜੀ ਕੁਛ ਤਾਂ ਮੈਨੂੰ ਤੇ ਇਹ ਸਮਝ ਆਉਂਦੀ ਵੀ ਸਾਡੇ ਬੰਦੇ ਆ, ਕਿੰਨੀਆਂ ਮੀਟਿੰਗਾਂ ਅਟੈਂਡ ਹੋ ਗਈਆਂ, ਮੇਰੇ ਖਿਆਲ 2 ਮਹੀਨੇ ਸਾਡਾ ਮੀਟਿੰਗਾਂ 'ਚ ਲੰਘ ਗਿਆ, ਠੀਕ ਆ ਨਾ ਯਾਰ। ਅਸੀਂ ਇੱਥੋਂ ਚੱਲ ਕੇ 500 ਕਿਲੋਮੀਟਰ ਤੋਂ ਚੱਲ ਕੇ ਉਹ ਦਿੱਲੀ ਦੇ ਬਾਰਡਰ ਤੇ ਬੈਠੇ ਆ, 10 ਕਿਲੋਮੀਟਰ ਚੱਲ ਕੇ ਕਿੱਥੇ ਨਾ ਸਕਦੇ। ਨਹੀਂ, ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਕਿ ਕਾਲ ਦੀ ਸਿਰਫ ਵੇਟ ਹੈਗੀ ਆ, ਸਿਰਫ ਇੱਕ ਕਾਲ ਤੋਂ ਦੂਰੀ ਤੇ ਆ ਅਸੀਂ। ਕਿਹੜੀ ਕਾਲ ਕਿਹਦੀ ਆਉਣੀ ਆ? ਉਹ ਅਮਰੀਕਾ ਵਾਲੇ ਦੀ? ਕਿਹਦੀ ਕਾਲ ਆਉਣੀ ਇਹਨਾਂ ਨੂੰ? ਉਹ ਯਾਰ ਤੂੰ ਪਹਿਲਾਂ ਮੈਨੂੰ ਗੱਲ ਦਾ ਜਵਾਬ ਦੇ ਭਰਾਵਾ, ਤੈਨੂੰ ਜਨਤਾ ਨੇ ਵੋਟ ਪਾਇਆ। ਉਹ ਮੋਦੀ ਸਾਹਿਬ ਜੇ ਤੁਸੀਂ ਪੰਜਾਬ ਆਉਂਦੇ ਹੋ ਤੁਹਾਡੇ ਸਿਰ ਤੇ ਆ ਪੱਗ ਬੰਨੀ ਜਾਂਦੀ ਆ, ਤੁਸੀਂ ਕਮ ਸੇ ਕਮ ਇਹ ਪੱਗ ਦੀ ਲਾਜ ਰੱਖ ਲੈਂਦੇ ਯਾਰ, ਠੀਕ ਆ ਨਾ। ਮੰਨਿਆ ਇੱਕ ਬੰਨੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਪੰਜਾਬੀ ਭਰਾ ਵਾ, ਇਹਨਾਂ ਤੇ ਪਥਰਾਬਾਜੀ ਨਹੀਂ ਕਰਨੀ, ਇਹਨਾਂ ਤੇ ਲਾਠੀ ਚਾਰਜ ਨਹੀਂ ਕਰਨਾ, ਇਹ ਸਾਡੇ ਪੰਜਾਬੀ ਆਪਣੇ ਭਰਾ ਵਾ। ਤੇ ਜੇ ਤੁਸੀਂ ਭਰਾ ਵਾਕਈ ਮੰਨਦੇ ਹੋ ਤਾਂ ਫਿਰ ਐਡੇ ਐਡੇ ਮੋਟੇ ਕਿੱਲ ਲਾਉਣ ਦੀ ਤੁਹਾਨੂੰ ਕੀ ਲੋੜ ਪਈ ਆ? ਜੇ ਸਾਡੇ ਨੌਜਵਾਨ ਪੀੜ੍ਹੀ ਹੁਣ ਤੁਸੀਂ ਕੀ ਸਾਡੇ ਤੋਂ ਕੀ ਉਮੀਦ ਰੱਖਦੇ ਹੋ ਕਿ ਤੁਸੀਂ ਸਾਡੇ ਰਾਹਾਂ ਦੇ ਵਿੱਚ ਖੱਡੇ ਖੋਦੋ, ਸਾਡੇ ਰਾਹਾਂ ਦੇ ਵਿੱਚ ਤੁਸੀਂ ਕੰਡੇ ਬੀਜੋ, ਸਾਡੇ ਨੌਜਵਾਨਾਂ ਦੇ ਸਿਰ ਪਾੜੋ ਆਣ ਕੇ, ਉਹਨਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੋ, ਤੇ ਅਸੀਂ ਸਿਰਫ ਲੰਗਰ ਖਵਾਉਣ ਵਾਸਤੇ ਤੁਹਾਡੇ ਵਾਸਤੇ ਜੰਮੇ ਆ? ਮੇਰੇ ਪਿਆਰਿਆ, ਜੇ ਅਸੀਂ ਦਾਲ ਦੇ ਵਿੱਚ ਖੁਰਪਾ ਮਾਰਨਾ ਜਾਣਦੇ ਆ ਨਾ, ਉਹੀ ਖੁਰਪਾ ਨੂੰ ਫੜ ਕੇ ਆਪਾਂ ਲੜਨਾ ਵੀ ਜਾਣਦੇ ਆ। ਸੋ ਸਾਡੇ ਸਬਰ ਦਾ ਇਮਤਿਹਾਨ ਨਾ ਲਓ, ਜਿਹੜੇ ਸਾਡੇ ਹੱਕ ਨੇ ਉਹਨਾਂ ਨੂੰ ਜਿਹੜਾ ਸਾਡਾ ਉਹ ਦੇਣੇ ਤੁਹਾਡੇ ਬਣਦੇ ਨਾ, ਉਹਨੂੰ ਸਵੀਕਾਰ ਕਰੋ, ਆਪਣੀ ਹਾਰ ਨੂੰ ਸਵੀਕਾਰ ਕਰੋ, ਠੀਕ ਆ। ਤੇ ਇਹ ਜਨਤਾ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੋ। ਮੈਂ ਤੁਹਾਨੂੰ ਪਹਿਲਾਂ ਵੀ ਬੜੀ ਵਾਰ ਬੇਨਤੀ ਕੀਤੀ ਸੀ ਕਿ ਮੋਦੀ ਸਾਹਿਬ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ, ਇੱਥੇ ਕਿਤੇ ਔਰੰਗਜ਼ੇਬ ਵੀ ਬੈਠਾ ਸੀ, ਉਹਨੇ ਵੀ ਸਿੱਖ ਕੌਮ ਦਾ ਮੱਥਾ ਲਾਇਆ ਸੀ, ਤੇ ਅੱਜ ਉਹਦੀ ਕਬਰ ਦੇ ਉੱਤੇ ਕੋਈ ਤੇਲ ਪਾਉਣ ਵਾਲਾ ਨਹੀਂ ਹੈਗਾ, ਠੀਕ ਆ ਨਾ। ਇਸ ਕਰਕੇ ਜੇ ਤੁਹਾਨੂੰ ਪ੍ਰਮਾਤਮਾ ਨੇ ਦਿੱਲੀ ਦੀ ਕੁਰਸੀ ਦੀ ਤਾਕਤ ਬਖਸ਼ੀ ਆ ਨਾ, ਤੇ ਨਿਆਂ ਕਰੋ। ਆਉਣ ਵਾਲੀ ਜਨਤਾ ਮੋਦੀ ਕਵੇ ਕਿ ਨਾ ਕਿ ਮੋਦੀ ਨੂੰ ਗਾਲਾਂ ਕੱਢ, ਜਿੱਦਾਂ ਤੁਹਾਨੂੰ ਹੁਣ ਫੋਰਸਮੈਂਟ ਤੇ ਪੈ ਰਹੀਆਂ ਨੇ। ਤੁਹਾਨੂੰ ਲਾਸਟ ਮੇਰਾ ਤੁਹਾਨੂੰ ਕੁਐਸਚਨ ਹੈ ਕਿ ਦੀਪ ਸਿੱਧੂ ਤੇ ਲੱਖਾ ਸਿਧਾਨਾ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਲਗਾਤਾਰ ਹੀ ਉਹਨਾਂ ਵੱਲੋਂ ਲਾਈਵ ਹੋ ਕੇ ਆਪਣੀਆਂ ਜਿਹੜੀਆਂ ਨੇ ਸਪਸ਼ਟੀਕਰਨ ਦਿੱਤੇ ਜਾ ਰਹੇ ਨੇ, ਦੂਸਰੇ ਬੰਨੇ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਸਟੇਜ ਤੇ ਚੜ੍ਹਨ ਨਹੀਂ ਦਿੱਤੇ ਜਾ ਰਹੇ, ਇੱਥੋਂ ਤੱਕ ਕਿ ਦੀਪ ਸਿੱਧੂ ਨੂੰ ਜਿਹੜਾ ਗਦਾਰ ਤੱਕ ਜਿਹੜਾ ਅਵਾਰਡ ਜਿਹੜਾ ਉਹ ਦੇ ਦਿੱਤਾ ਗਿਆ। ਗਦਾਰ ਅਵਾਰਡ ਦਿਵਾਉਣ ਵਾਲੇ ਵੀ ਸਾਡੇ ਆਪਣੇ ਆ। ਮੈਂ ਜਨਤਾ ਨੂੰ ਉਮੀਦ ਕਰਨਾ ਚਾਹੁੰਦਾ ਵਾਂ ਕਿ ਸਾਨੂੰ ਚਿੱਟੀਆਂ ਦਾੜੀਆਂ ਵਾਲੇ ਜਾਂ ਪੋਚਵੀਆਂ ਪੱਗਾਂ ਵਾਲੇ ਸਾਨੂੰ ਭਰਾਵਾ ਲੀਡਰ ਇਹੋ ਜਿਹੇ ਨਹੀਂ ਚਾਹੀਦੇ, ਸਾਨੂੰ ਅਨਪੜ੍ਹ ਲੀਡਰ ਸਾਨੂੰ ਬਿਲਕੁਲ ਨਹੀਂ ਚਾਹੀਦੇ, ਠੀਕ ਆ ਨਾ। ਅੱਜ ਸਾਨੂੰ ਆਪਣੀ ਲੀਡਰੀ ਦੇ ਵਿੱਚ ਨੌਜਵਾਨ ਪੀੜ੍ਹੀ ਅੱਗੇ ਲੈ ਕੇ ਆਉਣ ਦੀ ਲੋੜ ਆ। ਸਾਨੂੰ ਲੱਖੇ ਦੇ ਨਾਲ ਯੂਥ ਜੁੜਿਆ ਹੋਇਆ ਵਾ। ਦੀਪ ਸਿੱਧੂ ਨੇ ਬਹੁਤ ਵੱਡੀ ਸੇਵਾ ਨਿਭਾਈ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ। ਉਹ ਕਿੱਦਾਂ ਵਿਚਾਰਾ ਗਦਾਰ ਹੋ ਸਕਦਾ ਵਾ? ਜੇ ਉਹ ਗਦਾਰੀ ਕਰੂਗਾ ਤੇ ਕੋਈ ਗੱਲ ਨਹੀਂ, ਕੌਮ ਗਦਾਰਾਂ ਨੂੰ ਕਦੇ ਮਾਫ ਨਹੀਂ ਕਰਦੀ ਹੁੰਦੀ। ਪਰ ਆਹ ਜਿਹੜਾ ਵਾ ਇਹ ਸਰਟੀਫਿਕੇਟ ਵੰਡਣ ਦਾ ਟਾਈਮ ਨਹੀਂ ਹੈਗਾ, ਇਕੱਠੇ ਹੋ ਕੇ ਆਪਣਾ ਸੰਘਰਸ਼ ਲੜਨ ਦਾ ਟਾਈਮ ਆ। ਸੋ ਮੈਂ ਬੇਨਤੀ ਕਰਦਾ ਵਾਂ ਕਿ ਏਕਤਾ ਬਣਾਈ ਰੱਖੋ, ਠੀਕ ਆ ਨਾ। ਅਸੀਂ ਦੇਸ਼ ਦੀ ਜਿਹੜੀ ਮਤਲਬ ਹੈਗਾ ਵਾ ਕਿ ਇਹਨੂੰ ਕਹਿੰਦੇ ਨੇ ਇੱਜ਼ਤ ਨੂੰ 4 ਚੰਦ ਲਾਉਣੇ ਆ, ਕਿੰਨਾ ਕਿ ਨਿਬੇੜਨਾ ਵਾ ਅਸੀਂ, ਠੀਕ ਆ ਨਾ। ਇਹ ਤਿਰੰਗਾ ਉਹੀ ਆ, ਅਸੀਂ ਪਹਿਲਾਂ ਵੀ ਸਿਰ ਦੇ ਕੇ ਤਿਰੰਗਾ ਬਣਾਇਆ ਵਾ, ਕੋਈ ਗੱਲ ਨਹੀਂ। ਇਹ ਤਿਰੰਗੇ ਨੂੰ 4 ਚੌਂਦ ਲਾਉਣ ਵਾਸਤੇ ਆਪਣਾ ਜਾਨ ਵੀ ਵਾਰਨੀ ਪਵੇ ਤੇ ਵਾਰਨ ਉਤਾਰਾਂਗੇ। ਪਰ ਸਰਕਾਰਾਂ ਜਿਹੜੀਆਂ ਨਾ ਉਹ ਸਾਡੇ ਹੱਕ ਸਾਨੂੰ ਬਣਦੇ ਦੇਣ। ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਕਿਹਾ ਸੀ ਕਿ ਤੁਸੀਂ ਸਿੱਖਾਂ ਨੂੰ ਇੱਕ ਕਲਗੀ ਸਮਝੋ, ਤੇ ਕਲਗੀ ਦੀ ਜਗ੍ਹਾ ਇੱਥੇ ਹੁੰਦੀ ਆ। ਜਿੱਦਾਂ ਸਾਨੂੰ ਸਿੱਖਾਂ ਨੂੰ ਸਾਡਿਆਂ ਨੂੰ ਆਹ ਸਿਰ ਦੀ ਜਗ੍ਹਾ ਦੇ ਦੋਗੇ ਨਾ, ਤੇ ਪੂਰੀ ਦੁਨੀਆ ਤੇ ਰਾਜ ਕਰੇਗਾ ਮੋਦੀ ਵੀਰ ਮੇਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕੀ ਸਿੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਨੇ ਨੁਮਾਇੰਦੇ ਇੱਥੇ ਪਹੁੰਚ ਰਹੇ ਨੇ, ਗੱਲਬਾਤ ਕਰ ਲੈਂਦੇ ਆ। ਕੀ ਕਹਿਣਾ ਚਾਹੋਗੇ? ਦਿੱਲੀ ਜਾ ਰਹੇ ਹੋ, ਦੁਬਾਰਾ ਤੋਂ ਜਿਹੜੀਆਂ ਚਾਲੇ ਪਾਏ ਜਾ ਰਹੇ? ਅਸੀਂ ਇਹੋ ਕਹਿਣਾ ਚਾਹੁੰਦੇ ਜੀ, ਜਿਹੜਾ ਸਾਡੇ ਹੱਕ ਬਣਦੇ ਨੇ ਸਾਰੀ ਜਨਤਾ ਦੇ ਮਿਲਣੇ ਚਾਹੀਦੇ ਨੇ। ਜਿਹੜੀ ਬੇਹੱਕੀ ਇਹ ਨਹੀਂ ਹੋਣੀ ਚਾਹੀਦੀ। ਇੱਕ ਦੂਜੇ ਤੇ ਐਕੂਲੇਸ਼ਨ ਲਾਉਂਦੇ ਉਹ ਨਾ ਲੱਗੇ, ਕਿਸੇ ਦੇ ਦੋਸ਼ ਲਾਉਣ ਦੀ ਲੋੜ ਨਹੀਂ ਆ। ਮੋਦੀ ਸਾਹਿਬ ਨੂੰ ਇਹੋ ਬੇਨਤੀ ਆ ਕਿ ਜਿਹੜੇ ਹੱਕ ਸਹੀ ਆ ਉਹ ਸਾਰੀ ਜਨਤਾ ਨੂੰ ਜੋ ਵੀ ਦਿੱਤੇ ਜਾਣ। 26 ਜਨਵਰੀ ਵਾਲੇ ਦਿਨ ਜਿਹੜਾ ਹੋਇਆ ਸੀਗਾ ਇਨਸੀਡੈਂਟ ਹੋਇਆ, ਕਿਸ ਤਰ੍ਹਾਂ ਵੇਖਦੇ ਹੋ ਤੁਸੀਂ? ਤੇ ਉਹ ਤੇ ਜਨਾਬ ਬਿਲਕੁਲ ਧੱਕਾ ਹੋ ਰਿਹਾ, ਐਵੇਂ ਨਜਾਇਜ਼ ਨਾ ਇੱਕ ਦੂਜੇ ਤੇ ਲਾ ਰਹੇ ਨੇ, ਤੇ ਇਹ ਜਿਹੜਾ ਨਜਾਇਜ਼ ਨਾ ਕਿਸੇ ਦੇ ਨਹੀਂ ਲਾਉਣਾ ਚਾਹੀਦਾ। ਬਿਲਕੁਲ ਹੱਕ ਸਾਨੂੰ ਜਿਹੜਾ ਸਾਡਾ ਬਿਲਕੁਲ ਮਿਲਣਾ ਚਾਹੀਦਾ ਵਾ। ਅਸੀਂ ਇਹੋ ਕਹਿਣਾ ਚਾਹੁੰਦੇ ਹਾਂ। ਯੂਪਾ ਤਹਿਤ ਮਾਮਲੇ ਦਰਜ ਕੀਤੇ ਜਾ ਰਹੇ, ਦੂਸਰੇ ਬੰਨੇ ਗੱਲਬਾਤ ਦੀ ਪ੍ਰੋਵੀਜ਼ਨ ਵੀ ਦਿੱਤੀ ਜਾ ਰਹੀ, ਕਿਸ ਤਰ੍ਹਾਂ ਵੇਖਦੇ ਹੋ? ਦੋਹਰਾ ਮਾਪਦੰਡ ਨਹੀਂ ਲੱਗਦਾ ਪਿਆ ਕਿ ਇੱਕ ਬੰਨੇ ਮਾਮਲੇ ਦਰਜ ਕੀਤੇ ਜਾ ਰਹੇ, ਜੇਕਰ ਉਹ ਅੱਤਵਾਦੀ ਹੈ ਤੇ ਉਹਨਾਂ ਨਾਲ ਮੀਟਿੰਗ ਕਿਸ ਤਰ੍ਹਾਂ ਹੋ ਸਕਦੀ ਹੈ? ਅੱਤਵਾਦੀਆਂ ਨਾਲ ਮੀਟਿੰਗ ਕਿੱਦਾਂ ਕਰਨੀ ਹੈ? ਇਹਨਾਂ ਨੂੰ ਕੀ ਲੋੜ ਹੈ ਅੱਤਵਾਦੀਆਂ ਨਾਲ ਮੀਟਿੰਗ ਕਰਨ ਦੀ, ਠੀਕ ਹੈ ਨਾ। ਕਿਉਂਕਿ ਯੂਪਾ ਤਹਿਤ ਮਾਮਲੇ ਦਰਜ ਕੀਤੇ ਗਏ ਨੇ, ਕਈ ਜਗ੍ਹਾ ਤੇ ਹਿੰਸਕ ਘਟਨਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਦਿੱਲੀ ਪੁਲਿਸ ਵੱਲੋਂ। ਕਿਆ ਲੱਗਦਾ ਨਹੀਂ ਹੈ ਕਿ ਸਿਰਫ ਇੱਕ
ਦੋਹਰਾ ਚਿਹਰਾ ਵਿਖਾ ਰਹੀ ਹੈ ਦਿੱਲੀ ਪੁਲਿਸ ਕਿ ਇੱਕ ਬਨੇ ਮਾਮਲੇ ਦਰਜ ਕੀਤੇ ਜਾ ਰਹੇ, ਦੂਜੇ ਮੈਂ ਕੇਂਦਰ ਸਰਕਾਰ ਉਹਨਾਂ ਨਾਲ ਮੀਟਿੰਗ ਕਰਨ ਦੀ ਸਰਕਾਰਾਂ ਦੇ ਚਿਹਰੇ ਦੋ ਹੁੰਦੇ ਆ, ਇੱਕ ਨਹੀਂ ਹੁੰਦਾ। ਸਿਰਫ ਇੱਕ ਖਾਲਸੇ ਦਾ ਹੀ ਰੂਪ ਇੱਕ ਆ, ਬਾਕੀ ਸਰਕਾਰਾਂ ਦੇ ਚਿਹਰੇ ਦੋ ਹੀ ਹੁੰਦੇ ਆ। ਇਹ ਇਹਨਾਂ ਦਾ ਬੋਲਣ ਵਾਲਾ ਹੋਰ ਹੁੰਦਾ ਤੇ ਗਾਣ ਵਾਲਾ ਇਹਨਾਂ ਦਾ ਚਿਹਰਾ ਹੋਰ ਹੁੰਦਾ। ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸਰਕਾਰਾਂ ਨੂੰ। ਇਹ ਜੋ ਬਣਦਾ ਸਾਡਾ ਹੱਕ ਆ ਉਹ ਸਾਨੂੰ ਦਿੱਤਾ ਜਾਵੇ। ਕਾਲੇ ਕਾਨੂੰਨ ਜਿਹੜੇ ਇਹਨਾਂ ਰੱਦ ਕੀਤੇ ਜਾਣ ਤੇ ਸਾਡਾ ਹੱਕ ਜਿਹੜਾ ਬਣਦਾ ਸਾਨੂੰ ਹੱਕ ਦਿੱਤਾ ਜਾਵੇ। ਕਾਲੇ ਕਾਨੂੰਨ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਆ। ਛੋਟੇ ਛੋਟੇ ਬੱਚੇ ਆ ਦੇਖੋ, ਇਹ ਵੀ ਦਿੱਲੀ ਵੱਲ ਨੂੰ ਜਿਹੜਾ ਰਵਾਨਾ ਹੋ ਰਹੇ ਨੇ ਔਰ ਕਿਹਾ ਹੀ ਜਾ ਰਿਹਾ ਕਿ ਜਿੰਨੇ ਵੀ ਕਿਸਾਨ ਵੀਰ ਵਾਪਸ ਆਏ ਨੇ ਉਹ ਵਾਪਸ ਆਣ। ਬੱਚੇ ਨਾਲ ਗੱਲ ਕਰਦੇ ਆ। ਬੇਟਾ ਕੀ ਨਾਮ ਹੈ ਤੁਹਾਡਾ? ਗੁਰਕੀਰਤ ਕੌਰ। ਬੇਟਾ ਕੀ ਕਹਿਣਾ ਚਾਹੋਗੇ? ਅੱਜ ਤੁਸੀਂ ਦਿੱਲੀ ਚੱਲੇ ਹੋ, ਕੀ ਕਹਿਣਾ ਚਾਹੋਗੇ? ਮੈਨੂੰ ਸਾਡੀ ਰਤਰੀ ਅਸੀਂ ਮੈਨੂੰ ਦਸੋਏ ਜੋ ਜੋ ਮੈਨੂੰ ਵੱਡਾ ਅਸੀਂ ਦੂਨ ਸਵਾਏ ਹੋਏ ਬੋਲੇ ਸੋਨੇ ਹਲ। ਛੋਟੀ ਜੀ ਬੱਚੀ ਦਾ ਜਜ਼ਬਾ ਦੇਖੋ, ਕਿਉਂਕਿ ਲਗਾਤਾਰ ਹੀ ਕਹਿੰਦੇ ਨੇ ਕਿ ਜਜ਼ਬੇ ਦੇ ਨਾਲ ਹੀ ਜਿਹੜੀ ਮੁਕਾਮ ਜਿਹੜੇ ਨੇ ਹਾਸਲ ਕੀਤੇ ਜਾਂਦੇ। ਭੈਣ ਜੀ ਵੀ ਮੌਜੂਦ ਰਹੇ, ਗੱਲਬਾਤ ਕਰ ਲੈਣੇ। ਭੈਣ ਜੀ ਕੀ ਨਾਮ ਹੈ ਤੁਹਾਡਾ? ਸਿਮਰਨ। ਤੁਸੀਂ ਅੱਜ ਦਿੱਲੀ ਚੱਲੇ ਹੋ, ਕੀ ਕਹਿਣਾ ਚਾਹੋਗੇ? ਜਿਹੜੇ ਸਾਡੇ ਕਿਸਾਨ ਵੀਰ ਉੱਥੇ ਬੈਠੇ ਨੇ, ਕੀ ਕਹਿਣਾ ਚਾਹੋਗੇ ਨਾ? ਹਾਂਜੀ, ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੀ, ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਅਸੀਂ ਘਰਾਂ 'ਚ ਬਹਿ ਕੇ ਆਪਣੇ ਚੌਂਕੇ ਚੁੱਲ੍ਹੇ ਸਾਂਭ ਸਕਦੀਆਂ ਤੇ ਆਪਣੇ ਹੱਕਾਂ ਦੇ ਵਾਸਤੇ ਅਸੀਂ ਬਾਰਡਰਾਂ 'ਤੇ ਜਾ ਕੇ ਵੀ ਬਹਿ ਸਕਦੇ ਹਾਂ। ਤੁਸੀਂ ਚੌਂਕੇ ਚੁੱਲ੍ਹੇ ਸਾਂਭਣ ਦੀ ਗੱਲ ਕਰਦੇ ਪਏ ਹੋ। ਇੱਕ ਪਾਸੇ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ, ਪੰਜਾਬੀਅਤ ਦੀ ਗੱਲ ਕਰ ਰਹੇ ਹੋ, ਦੇਸ਼ ਦੀ ਗੱਲ ਕਰ ਰਹੇ ਹੋ। ਦੂਸਰੇ ਪਾਸੇ ਸਾਡੀਆਂ ਭੈਣਾਂ ਹੋਰ ਵੀ ਨੇ, ਜਿਸ ਤਰ੍ਹਾਂ ਕੰਗਣਾ ਰਣਾਵਤ ਆ, ਕਾਫੀ ਨੇ, ਉਹ ਬਹੁਤ ਜ਼ਿਆਦਾ ਗਲਤ ਬਿਆਨਬਾਜ਼ੀਆਂ ਕਰ ਰਹੀਆਂ। ਉਹਨਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੋਗੇ? ਮੈਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਜਿੱਦਾਂ ਕਿ ਸਾਡੀਆਂ ਮਾਵਾਂ ਭੈਣਾਂ ਜਾ ਕੇ ਉੱਥੇ ਬਾਰਡਰਾਂ 'ਤੇ ਬੈਠੀਆਂ ਵਾ ਆਪਣੇ ਹੱਕ ਲੈਣ ਵਾਸਤੇ, ਤੇ ਉਹਨਾਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਇਹ ਗਲਤ ਬਿਆਨਬਾਜ਼ੀ ਨਾ ਕਰਨ ਤੇ ਉਹਨਾਂ ਦੇ ਨਾਲ ਮਤਲਬ ਕਿ ਉਹਨਾਂ ਦਾ ਸਾਥ ਦੇਣ। ਉਹਨਾਂ ਸਾਥ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਇੱਕ ਵਾਰ ਫਿਰ ਤੋਂ ਤਸਵੀਰਾਂ ਦਿਖਾ ਦਿੰਦੇ ਕਿ ਬਹੁਤ ਸਾਰਾ ਸਮਾਨ ਜਿਹੜਾ ਆ ਇੱਕ ਵਾਰ ਫਿਰ ਤੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਆ ਉਹ ਦਿੱਲੀ ਲੈ ਕੇ ਜਾਇਆ ਜਾ ਰਿਹਾ, ਕਿਉਂਕਿ ਬੀਤੇ ਦਿਨ ਪਥਰਾਵ ਹੋਇਆ ਸੀਗਾ ਔਰ ਟੈਂਟ ਜਿਹੜੇ ਸੀਗੇ ਉਹ ਵੀ ਪਾੜੇ ਗਏ ਸੀਗੇ। ਇਸ ਕਰਕੇ ਜਿਹੜਾ ਸੰਤ ਸਿਪਾਹੀ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਹੋਰ ਉਪਰਾਲਾ ਕੀਤਾ ਗਿਆ ਨਿਹੰਗ ਸਿੰਘ ਜਥੇਬੰਦੀਆਂ ਨਾਲ ਮਿਲ ਕੇ ਕਿ ਜਿਹੜੇ ਟੈਂਟ ਨੇ ਉਹ ਉੱਥੇ ਪਹੁੰਚਾਏ ਜਾਣ, ਤਾਂ ਜੋ ਕਿ ਜਿਹੜੇ ਵੀਰ ਸਾਡੇ ਉੱਥੇ ਪ੍ਰਦਰਸ਼ਨ ਤੇ ਬੈਠੇ ਨੇ, ਜੋ ਮੋਰਚੇ 'ਚ ਬੈਠੇ ਹੋਏ ਨੇ, ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜਿਹੜੀ ਕਮੀ ਜਿਹੜੀ ਆ ਉਹ ਨਾ ਹੋਵੇ। ਲੇਕਿਨ 26 ਤਰੀਕ ਤੋਂ ਬਾਅਦ ਕਾਫੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਪੀਲਾਂ ਵੀ ਕੀਤੀਆਂ ਗਈਆਂ ਸੀਗੀਆਂ ਕਿ ਲੋਕ ਜਿਹੜੇ ਨੇ ਜਾਂ ਕਿਸਾਨ ਜਿਹੜੇ ਨੇ ਉਹ ਜ਼ਰੂਰ ਇੱਥੇ ਵਾਪਸ ਆਉਣ, ਤਾਂ ਜੋ ਕਿ ਲਗਾਤਾਰ ਹੀ ਜਿਹੜਾ ਰਸ਼ ਘਟਦਾ ਹੋਇਆ ਨਜ਼ਰ ਆ ਰਿਹਾ ਸੀਗਾ ਉਹਨੂੰ ਦੁਬਾਰਾ ਤੋਂ ਜਿਹੜਾ ਆ ਮੁੜ ਜੀਵਤ ਜਿਹੜਾ ਆ ਕੀਤਾ ਜਾਵੇ। ਲੇਕਿਨ ਉੱਥੇ ਜੇ ਸਮਾਨ ਦੀ ਸਮੱਗਰੀ ਜਿਹੜੀ ਆ ਉਹ ਵੀ ਹੁਣ ਪਹੁੰਚਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਔਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦੁਬਾਰਾ ਤੋਂ ਉੱਧਰ ਨੂੰ ਜਿਹੜੀਆਂ ਤਿਆਰੀਆਂ ਜਿਹੜੀਆਂ ਨੇ ਉਹ ਵੀ ਕੀਤੀਆਂ ਜਾ ਰਹੀਆਂ ਔਰ ਕਿਹਾ ਹੀ ਜਾ ਰਿਹਾ ਕਿ ਜਿੰਨਾਂ ਤੱਕ ਦਿੱਲੀ ਹਾਰ ਦੀ ਨਹੀਂ ਆ ਜਾਂ ਦਿੱਲੀ ਦੇ ਘੁਟਨੇ ਨਹੀਂ ਟਿਕਾ ਦਿੱਤੇ ਜਾਂਦੇ, ਤਦ ਤੱਕ ਜਿਹੜਾ ਆ ਇਹ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਕਿਉਂਕਿ ਜੇਕਰ ਲਾਲ ਕਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਲਾਲ ਕਿਲ੍ਹਾ ਸਿੰਘਾਂ ਨੇ ਜਿੱਤ ਕੇ ਫਿਰ ਦਿੱਲੀ ਨੂੰ ਦਿੱਤਾ ਸੀਗਾ। ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀ ਕੋਝੀਆਂ ਹਰਕਤਾਂ ਨੇ ਉਹਨਾਂ ਤੋਂ ਵੀ ਉਹ ਦੂਰ ਰਹਿਣ। ਤੇ ਦੂਸਰੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਵੱਲੋਂ ਜੋ ਵੀ ਕਿਹਾ ਜਾ ਰਿਹਾ ਉਸ ਉੱਤੇ ਵੀ ਜਿਹੜਾ ਆ ਨਰਮੀ ਜਿਹੜੀ ਆ ਉਹ ਵੀ ਵਰਤੀ ਜਾਣੀ ਚਾਹੀਦੀ ਆ ਔਰ ਸਾਨੂੰ ਮਿਲ ਵੱਟ ਕੇ ਜਿਹੜਾ ਆ ਭਰਾਵਾਂ ਨੂੰ ਜਿਹੜੀ ਭਰਾਵਾਂ ਜੰਗ ਜਿਹੜੀ ਆ ਉਹ ਵੀ ਖਤਮ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।